ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਦਰਸਾ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਵਾਸਤੇ ਤੁਰਦੇ ਹੈ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਐਮਨਾਬਾਦ ਦੀ ਧਰਤੀ 'ਤੇ ਜਾਂਦੇ, ਜਿਹਦਾ ਪਹਿਲਾ ਨਾਂ ਸੈਦਪੁਰ ਸੀ। ਇੱਥੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਜੀ ਦੇ ਘਰ ਟਿਕਾਣਾ ਕਰਦੇ, ਉੱਥੇ ਜਾ ਕੇ ਟਿਕਦੇ। ਲਾਲੋ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਮਨ ਜਿਹੜਾ ਸੀ ਉਹ ਸ਼ਾਂਤ ਚਿੱਤ ਹੋ ਗਿਆ, ਮਨ ਅੰਦਰ ਟਿਕਾ ਆਇਆ, ਮਨ ਅੰਦਰ ਸ਼ਾਂਤੀ ਆਈ। ਉਸ ਵਕਤ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਹੁਤ ਸੇਵਾ ਕੀਤੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਨ ਲੱਗੇ, ਭਾਈ ਲਾਲੋ ਨੇ ਬੇਨਤੀ ਕੀਤੀ, ਸਤਿਗੁਰੂ ਮੈਨੂੰ ਛੱਡ ਕੇ ਕਿਉਂ ਜਾ ਰਹੇ ਹੋ? ਕਿਰਪਾ ਕਰਕੇ ਥੋੜ੍ਹਾ ਸਮਾਂ ਹੋਰ ਇੱਥੇ ਜਿਹੜਾ ਰੁਕਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਦੀ ਬੇਨਤੀ ਨੂੰ ਮੰਨ ਕੇ ਸੈਦਪੁਰ ਦੀ ਧਰਤੀ 'ਤੇ ਹੋਰ ਰੁਕਣਾ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਤਲਵੰਡੀ ਦੇ ਵਿੱਚ ਸੁਨੇਹਾ ਦੇਣ ਵਾਸਤੇ ਭੇਜ ਦਿੱਤਾ, ਮਾਤਾ ਪਿਤਾ ਦਾ ਹਾਲ ਜਾਣ ਕੇ ਆਓ ਅਤੇ ਦੱਸ ਕੇ ਆਓ ਕਿ ਅਸੀਂ ਲੰਮੀਆਂ ਉਦਾਸੀਆਂ 'ਤੇ ਚੱਲੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਐਮਨਾਬਾਦ ਸੈਦਪੁਰ ਦੀ ਧਰਤੀ 'ਤੇ ਰਹਿੰਦੇ ਪਏ ਸਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਪਿੰਡ ਦੇ ਵਿੱਚ ਜਿਹੜਾ ਇੱਥੋਂ ਦਾ ਪਠਾਨ ਸੀ, ਜਿਹੜਾ ਇੱਥੋਂ ਦਾ ਮਾਲਕ ਸੀ, ਉਹਦੀ ਸਭਾ ਦੇ ਵਿੱਚ, ਉਹਦੀ ਕਚਹਿਰੀ ਦੇ ਵਿੱਚ ਜਿਹੜੇ ਮੰਤਰੀ ਸਨ, ਉਹਨਾਂ ਮੰਤਰੀਆਂ ਦੇ ਵਿੱਚ ਇੱਕ ਖੱਤਰੀ ਬਰਾਦਰੀ ਦੇ ਨਾਲ ਸੰਬੰਧਿਤ ਮਲਕ ਭਾਗੋ ਵੀ ਸੀ। ਉਹ ਮਲਕ ਭਾਗੋ ਜਿਹੜਾ ਹੈ ਉਹ ਬਹੁਤ ਜ਼ਿਆਦਾ ਪਾਪ ਕਰਕੇ, ਠੱਗੀਆਂ ਕਰਕੇ ਬਹੁਤ ਧਨ ਇਕੱਠਾ ਕਰੀ ਬੈਠਾ ਸੀ। ਬਹੁਤ ਜ਼ਿਆਦਾ ਛਲ ਕਪਟ ਧੋਖੇ ਦੇ ਨਾਲ ਲੋਕਾਂ ਦਾ, ਗਰੀਬ ਗੁਰਦੇ ਲੋਕਾਂ ਦਾ ਖੂਨ ਨਿਚੋੜ ਕੇ ਜਿਹੜੀ ਉਹਨੇ ਕਮਾਈ ਇਕੱਠੀ ਕੀਤੀ ਸੀ, ਜਿਹੜਾ ਉਹਨੇ ਧਨ ਇਕੱਠਾ ਕੀਤਾ ਸੀ, ਫਿਰ ਇੱਕ ਦਿਨ ਲੋਕਾਂ ਦੇ ਵਿੱਚ ਮਸ਼ਹੂਰ ਹੋਣ ਵਾਸਤੇ, ਵਾਹਵਾ ਖੱਟਣ ਵਾਸਤੇ ਉਹਨੇ ਉਸੇ ਹੀ ਕਮਾਈ ਦੇ ਵਿੱਚੋਂ ਬ੍ਰਹਮ ਭੋਜ ਕੀਤਾ। ਬਹੁਤ ਵਾਰ ਐਸਾ ਹੁੰਦਾ ਹੈ ਕਿ ਕਿਰਤ ਕਰਨ ਦੀ ਬਜਾਏ ਛਲ ਕਪਟ ਅਤੇ ਠੱਗੀਆਂ ਦੇ ਨਾਲ ਇਕੱਠੀ ਕੀਤੀ ਹੋਈ ਮਾਇਆ, ਉਹਦੇ ਨਾਲ ਮਨੁੱਖ ਜਿਹੜਾ ਹੈ ਧਰਮ ਦਾ ਕੰਮ ਕਰਕੇ ਲੋਕਾਂ ਨੂੰ ਖਵਾ ਕੇ ਜਸ ਖੱਟਣਾ ਚਾਹੁੰਦਾ ਹੈ। ਇੱਦਾਂ ਹੀ ਕੰਮ ਜਿਹੜਾ ਮਲਕ ਭਾਗੋ ਨੇ ਕੀਤਾ। ਉਹਨੇ ਵੀ ਪਾਪਾਂ ਦੇ ਨਾਲ ਇਕੱਠੀ ਕੀਤੀ ਹੋਈ ਕਮਾਈ, ਪਾਪਾਂ ਦੇ ਨਾਲ ਇਕੱਠਾ ਕੀਤਾ ਹੋਇਆ ਧਨ, ਉਹਦੇ ਨਾਲ ਲੋਕਾਂ ਦਾ ਜਸ ਖੱਟਣ ਦੀ ਕੋਸ਼ਿਸ਼ ਕੀਤੀ, ਯਤਨ ਕੀਤਾ, ਅਤੇ ਉਸ ਨੇ ਬਹੁਤ ਵੱਡਾ ਇੱਕ ਬ੍ਰਹਮ ਭੋਜ ਕੀਤਾ, ਜਿਹਦੇ ਵਿੱਚ ਸਾਰੀਆਂ ਜਾਤਾਂ ਬਰਾਦਰੀਆਂ ਦੇ ਲੋਕਾਂ ਨੂੰ ਸੱਦਾ ਦਿੱਤਾ। ਉਦੋਂ ਉਸ ਵਕਤ 4 ਤਰ੍ਹਾਂ ਦੇ ਲੋਕ ਸਨ, ਭਾਵ ਸਮਾਜ ਵੰਡਿਆ ਹੋਇਆ ਸੀ। 4 ਹੀ ਜਾਤਾਂ ਦੇ ਲੋਕਾਂ ਵਾਸਤੇ ਵੱਖੋ ਵੱਖਰੀਆਂ ਪੰਗਤਾਂ ਹੋਈਆਂ ਕਰਦੀਆਂ ਸੀ। ਬ੍ਰਾਹਮਣ ਵਾਸਤੇ ਵੱਖਰੀ ਹੈ, ਛਤਰੀਏ ਵਾਸਤੇ ਵੱਖਰੀ ਹੈ, ਵੈਸ਼ ਵਾਸਤੇ ਵੱਖਰੀ ਹੈ, ਸ਼ੂਦਰ ਵਾਸਤੇ ਵੱਖਰੀ ਹੈ। ਜਦੋਂ 4 ਹੀ ਵਰਨਾਂ ਵਾਸਤੇ ਵੱਖੋ ਵੱਖਰੀਆਂ ਪੰਗਤਾਂ ਲਾਈਆਂ ਹੋਈਆਂ ਸੀ, ਵੰਨ ਸਵੰਨਾ ਉਹਨੇ ਭੋਜਨ ਤਿਆਰ ਕੀਤਾ ਹੋਇਆ ਸੀ। ਮਲਕ ਭਾਗੋ ਨੇ ਸਾਰੇ ਨਗਰ ਵਿੱਚ ਸਾਰੇ ਬਰਾਦਰੀਆਂ ਦੇ ਲੋਕਾਂ ਨੂੰ ਸੱਦਾ ਦਿੱਤਾ। ਉਹਨੇ ਬਹੁਤ ਸਾਰੇ ਪੀਰਾਂ ਫਕੀਰਾਂ ਨੂੰ, ਜਿਹੜੇ ਉਸ ਵਕਤ ਦੇ ਧਰਮੀ ਅਖਵਾਉਣ ਵਾਲੇ ਲੋਕ ਸਨ, ਉਹਨਾਂ ਨੂੰ ਵੀ ਸੱਦਾ ਭੇਜਿਆ। ਜਦੋਂ ਉਹਨਾਂ ਨੂੰ ਸੱਦਾ ਭੇਜਿਆ, ਬਹੁਤ ਸਾਰੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਜਿਹੜੇ ਸਨ ਉਹ ਵੀ ਆਏ। ਅਤੇ ਉਸ ਵਕਤ ਜਦੋਂ ਧਰਮੀ ਅਖਵਾਉਣ ਵਾਲੇ ਲੋਕ ਵੀ ਉਸ ਮਲਕ ਭਾਗੋ ਦੇ ਭੋਜਨ ਵਿੱਚ ਆਏ, ਜਿਹੜਾ ਬ੍ਰਾਹਮਣ, ਜਿਹੜਾ ਪੰਡਿਤ, ਜਿਹਨੂੰ ਕੁੱਲ ਪੰਡਿਤ ਕਿਹਾ ਜਾਂਦਾ ਸੀ, ਹਰ ਕੁੱਲ ਦਾ ਆਪਣਾ ਆਪਣਾ ਪੰਡਿਤ ਹੋਇਆ ਕਰਦਾ ਸੀ, ਉਹ ਪੰਡਿਤ ਜਿਹੜਾ ਹੈ ਲੋਕਾਂ ਦੇ ਘਰ ਵਿੱਚ ਸੱਦੇ ਦਿੰਦਾ ਫਿਰਦਾ ਹੈ ਕਿ ਆਓ
ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਤੇ ਸਾਰੇ ਆਉਣਾ ਕਰੋ। ਜਦੋਂ ਸੱਦਾ ਦੇ ਰਿਹਾ ਸੀ, ਉਸ ਦੀ ਨਜ਼ਰ ਪੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਿੰਡ ਤੋਂ ਬਾਰ-ਬਾਰ ਜੰਗਲ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਹਨ। ਉਹਨੇ ਤੱਕਿਆ, ਵੇਖਿਆ ਤੇ ਆਵਾਜ਼ ਦੇ ਕੇ ਕਹਿੰਦਾ, ਨਾਨਕ ਤਪੇ ਕਿੱਧਰ ਨੂੰ ਜਾ ਰਿਹਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਆ ਕਿ ਜੰਗਲ ਵਿੱਚ ਜਾ ਰਿਹਾ ਹਾਂ, ਬਾਹਰ ਜਾ ਰਿਹਾ ਹਾਂ। ਕਹਿੰਦਾ ਮੈਂ ਤੈਨੂੰ ਵੀ ਸੱਦਾ ਦਿੰਦਾ ਹਾਂ ਕਿ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਹੈ, ਤੂੰ ਵੀ ਆਣ ਕੇ ਉਸ ਬ੍ਰਹਮ ਭੋਜ ਦੇ ਵਿੱਚੋਂ ਪ੍ਰਸ਼ਾਦਾ ਛਕਣਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਹਨੂੰ ਕਿਹਨੂੰ ਸੱਦਾ ਦਿੱਤਾ ਹੈ? ਕਹਿੰਦਾ ਸਾਰੀਆਂ ਜਾਤਾਂ ਦੇ ਲੋਕਾਂ ਨੂੰ, ਸਾਰੇ ਵਰਨਾਂ ਦੇ ਲੋਕਾਂ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਵੀ ਅਸੀਂ ਕਿਹੜੀ ਵਰਨ ਵਿੱਚ ਆਉਂਦੇ ਹਾਂ? ਉਹ ਪੰਡਤ ਅੱਗੋਂ ਹੱਸ ਕੇ ਕਹਿਣ ਲੱਗਿਆ, ਕਹਿੰਦਾ ਨਾਨਕ ਤੂੰ ਆ ਸਾਰੀਆਂ ਰੀਤੀਆਂ ਰਸਮੋ ਰਿਵਾਜ ਤਿਆਗ ਦਿੱਤੇ ਹੈ, ਛੱਡ ਦਿੱਤੇ ਹੈ, ਇਸੇ ਕਰਕੇ ਲੋਕ ਤੈਨੂੰ ਕੁਰਾਈਆ ਕਹਿਣ ਲੱਗ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉੱਥੇ ਵਰਨਾਂ ਦੇ ਲੋਕਾਂ ਨੂੰ ਸੱਦਾ ਦਿੱਤਾ, ਮੈਂ ਕਿਸੇ ਵਰਨ ਵਿੱਚ ਨਹੀਂ ਆਉਂਦਾ, ਮੈਂ ਤਾਂ ਫਕੀਰ ਬੰਦਾ ਹਾਂ। ਪੰਡਤ ਨੇ ਬਹੁਤ ਕਹਿਣ ਦਾ ਯਤਨ ਕੀਤਾ, ਕੋਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਬ੍ਰਹਮ ਭੋਜ ਵਿੱਚ ਆਉਣ, ਪਰ ਜਦੋਂ ਸਤਿਗੁਰੂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਜਿਹੜਾ ਪੰਡਤ ਸੀ ਵਾਪਸ ਚਲਿਆ ਗਿਆ। ਉਹਨੇ ਜਾ ਕੇ ਮਲਕ ਭਾਗੋ ਨੂੰ ਕਿਹਾ, ਕਹਿਣ ਲੱਗਿਆ ਦੇਖੋ ਜੀ, ਤੁਹਾਡੇ ਕਹੇ ਦੇ ਅਨੁਸਾਰ ਸਾਰੇ ਵਰਨਾਂ ਜਾਤਾਂ ਦੇ ਲੋਕ ਆਏ, ਵੰਨ ਸਵੰਨਾ ਉਹਨਾਂ ਨੇ ਭੋਜਨ ਛਕਿਆ, ਪਰ ਦੇਖੋ ਤੁਹਾਨੂੰ ਪਤਾ ਹੈ ਨਾਨਕ ਤਪਾ ਤੁਹਾਡੇ ਸੱਦੇ ਦੇਣ ਦੇ ਬਾਵਜੂਦ ਵੀ ਨਹੀਂ ਆਇਆ। ਨਾਨਕ ਜਿਹੜਾ ਹੈ ਉਹ ਇੱਕ ਸ਼ੂਦਰ ਦੇ ਘਰ ਬੈਠਾ, ਲਾਲੋ ਦੇ ਘਰ ਬੈਠਾ ਤੇ ਪ੍ਰਸ਼ਾਦਾ ਛਕੀ ਜਾਂਦਾ ਹੈ, ਪਰ ਤੁਹਾਡੇ ਕਹਿਣ ਦੇ ਉੱਪਰ ਵੀ ਤੁਹਾਡੇ ਘਰ ਬ੍ਰਹਮ ਭੋਜ ਛਕਣ ਵਾਸਤੇ ਨਹੀਂ ਆਇਆ। ਮਲਕ ਭਾਗੋ ਜਿਹੜਾ ਮਨੁੱਖ ਹੰਕਾਰੀ ਹੋਵੇ, ਜਦੋਂ ਉਹਦੇ ਹੰਕਾਰ ਨੂੰ ਠੇਸ ਵੱਜਦੀ ਹੈ ਉਹ ਬੜਾ ਹੈਰਾਨ ਹੁੰਦਾ ਹੈ, ਕ੍ਰੋਧਿਤ ਹੁੰਦਾ ਹੈ, ਗੁੱਸੇ ਵਿੱਚ ਆਉਂਦਾ ਹੈ। ਐਵੇਂ ਫਿਰ ਮਲਕ ਭਾਗੋ ਜਿਹੜਾ ਸੀ ਬੜਾ ਗੁੱਸੇ ਵਿੱਚ ਆਇਆ। ਉਹਨੇ ਪੰਡਤ ਨੂੰ ਜਾ ਕੇ ਕਿਹਾ, ਪੰਡਤ ਨੂੰ ਕਹਿੰਦਾ ਜਾਓ ਮੇਰੇ ਕਹੇ ਅਨੁਸਾਰ ਨਾਨਕ ਨੂੰ ਇੱਕ ਵਾਰ ਦੁਬਾਰਾ ਸੱਦ ਕੇ ਲਿਆਓ। ਪੰਡਤ ਮਲਕ ਭਾਗੋ ਦੇ ਕਹੇ ਅਨੁਸਾਰ ਦੁਬਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੱਦਣ ਆਇਆ। ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਵਿੱਚ ਟਿਕੇ ਹੋਏ ਸਨ। ਜਦੋਂ ਦੁਬਾਰਾ ਸੱਦਣ ਵਾਸਤੇ ਆਉਂਦਾ ਹੈ ਨਾ, ਉਹਨੇ ਆਣ ਕੇ ਆਵਾਜ਼ ਦਿੱਤੀ, ਆਵਾਜ਼ ਦੇ ਕੇ ਲਾਲੋ ਦੇ ਘਰ ਕਹਿੰਦਾ ਵੀ ਹੈ ਕੋਈ? ਤੇ ਭਾਈ ਲਾਲੋ ਜੀ ਕਹਿੰਦੇ ਹਾਂਜੀ ਦੱਸੋ। ਕਹਿੰਦਾ ਨਾਨਕ ਤਪੇ ਨੂੰ ਮਿਲਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਸੇ ਵੇਲੇ ਬਾਹਰ ਆਉਂਦੇ ਹੈ ਤੇ ਉਹ ਪੰਡਤ ਆਖਦਾ ਹੈ, ਕਹਿਣ ਲੱਗਿਆ ਤੁਹਾਨੂੰ ਮਲਕ ਭਾਗੋ ਨੇ ਸੱਦਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਾਹਦੇ ਵਾਸਤੇ ਸੱਦਿਆ? ਕੌਣ ਹੈ ਮਲਕ? ਮੈਂ ਉਹਨੂੰ ਨਹੀਂ ਜਾਣਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੌਣ ਹੈ? ਮੈਂ ਉਹਨੂੰ ਜਾਣਦਾ ਨਹੀਂ ਹਾਂ। ਤੇ ਇੰਨੇ ਗੱਲ ਸੁਣ ਕੇ ਪੰਡਤ ਜਿਹੜਾ ਉਹ ਗੁੱਸੇ ਵਿੱਚ ਵੀ ਆਉਂਦਾ ਹੈ ਤੇ ਗੁੱਸੇ ਵਿੱਚ ਆਣ ਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਾਰ-ਬਾਰ ਕਹਿੰਦਾ ਹੈ ਵੀ ਤੁਸੀਂ ਮੇਰੇ ਨਾਲ ਚੱਲਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਜਾਣ ਵਾਸਤੇ ਤਿਆਰ ਨਹੀਂ ਹੁੰਦੇ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਨੇ, ਜੋ ਸਾਨੂੰ ਪ੍ਰਸੰਗ ਸਮਝਾਉਂਦੇ ਪਏ ਉਸ ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਨਹੀਂ ਬੁਲਾਇਓ ਠਾਇਆ ਵੇ, ਕਤੋ ਅਭੈ ਜੋ ਹਿਰਦੇ ਭਾਵੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੰਡਤ ਕਹਿ ਰਿਹਾ ਸੀ ਤੁਸੀਂ ਆਓ ਮਲਕ ਦੇ ਘਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਕੌਣ ਹੈ, ਕਿੱਥੇ ਰਹਿੰਦਾ ਹੈ? ਮੈਂ ਐਵੇਂ ਕਰਕੇ ਉਸ ਨੂੰ ਨਹੀਂ ਜਾਣਦਾ। ਪੰਡਤ ਕਹਿ ਰਿਹਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਮੇਰੇ ਨਾਲ ਚੱਲਣਾ ਕਰੋ। ਭੋਜਨ ਕੀ ਕਰ ਹੈ ਨਿੰਦਾ, ਖਾਵੇ ਘਰ ਸੂਦਰ ਜੋ ਮੰਦਾ। ਫਿਰ ਜਾ ਕੇ ਪੰਡਤ ਨੇ ਦੁਬਾਰਾ ਜਾ ਕੇ ਉਸ ਮਲਕ ਭਾਗੋ ਨੂੰ ਕਿਹਾ, ਕਹਿਣ ਲੱਗਿਆ ਵੇਖੋ ਮਲਕ ਜੀ, ਮੈਂ ਦੁਬਾਰਾ ਜਾ ਕੇ ਨਾਨਕ ਨੂੰ ਲੈ ਕੇ ਆਉਣ ਦਾ ਯਤਨ ਕੀਤਾ, ਪਰ ਤੁਹਾਡੇ ਕਹੇ ਅਨੁਸਾਰ ਵੀ ਨਹੀਂ ਆਇਆ। ਤੁਹਾਡੀ ਨਿੰਦਿਆ ਕਰਦਾ ਹੈ ਤੇ ਉਸ ਲਾਲੋ ਸ਼ੂਦਰ ਦੇ ਘਰ ਵਿੱਚ ਬੈਠਾ ਹੋਇਆ ਭੋਜਨ ਛਕਦਾ ਹੈ। ਖੱਤਰੀ ਜਾਤ ਨ ਲੱਜਾ ਕਰਈ, ਲੋਕ ਰੀ ਦੁਰ ਤੇ ਪ੍ਰਹਰੀ।
ਹੁਣ ਜਿਹੜਾ ਚੁਗਲਖੋਰ ਹੁੰਦਾ ਹੈ ਬੜੀਆਂ ਗੱਲਾਂ ਵਧਾ ਚੜਾ ਕੇ ਦੱਸਦਾ ਹੈ। ਪੰਡਤ ਨੇ ਵੀ ਬੜੀਆਂ ਵਧਾ ਕੇ ਗੱਲਾਂ ਦੱਸੀਆਂ। ਕਹਿਣ ਲੱਗਿਆ, ਵੇਖੋ ਮਲਕ ਜੀ, ਉਹ ਜਿਹੜਾ ਹੈ ਖੁਦ ਖੱਤਰੀ ਜਾਤ ਨਾਲ ਸੰਬੰਧਿਤ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਵਡੇਰੇ ਖੱਤਰੀ ਬਰਾਦਰੀ ਨਾਲ ਸੰਬੰਧਿਤ ਸਨ। ਕਹਿੰਦਾ ਦੇਖੋ, ਖੁਦ ਖੱਤਰੀ ਜਾਤ ਦਾ ਹੋ ਕੇ ਕੋਈ ਲੱਜਿਆ ਨਹੀਂ ਕਰਦਾ, ਤੇ ਇਥੋਂ ਤੱਕ ਉਹਨੇ ਸਾਰੀਆਂ ਲੋਕ ਰੀਤਾਂ ਜਿਹੜੀਆਂ ਉਹਨਾਂ ਨੂੰ ਭੁਲਾ ਦਿੱਤਾ ਹੈ, ਵਿਸਾਰ ਦਿੱਤਾ ਹੈ। ਆਰਨ ਸ਼ੇਕਰ ਮਲਕ ਲਾਵੇ, ਅਵੇ ਬੁਲਾਏ ਜੇ ਨ ਆਵੇ। ਕਹਿੰਦਾ ਦੇਖੋ, ਮੈਂ ਫੇਰ ਉਹਨੂੰ ਬੁਲਾਉਣ ਦਾ ਯਤਨ ਕੀਤਾ ਪਰ ਉਹ ਆਇਆ ਨਹੀਂ। ਐਵੇਂ ਕਰਕੇ ਉਹ ਜਿਹੜਾ ਉਸ ਵਕਤ ਬ੍ਰਾਹਮਣ ਸੀ, ਪੰਡਤ ਸੀ, ਉਹ ਬਹੁਤ ਜ਼ਿਆਦਾ ਇਉਂ ਕਿਹਾ ਜਾ ਸਕਦਾ ਜਿਵੇਂ ਬਲਦੀ ਹੋਈ ਅੱਗ ਦੇ ਉੱਪਰ ਕੋਈ ਘਿਓ ਪਾ ਦਿੰਦਾ ਨਾ, ਤੇ ਉਹ ਅੱਗ ਹੋਰ ਮੱਚਦੀ ਹੈ। ਇੱਦਾਂ ਜਿਹੜਾ ਮਲਕ ਭਾਗੋ ਪਹਿਲਾਂ ਹੀ ਅੰਦਰੋਂ ਕਲਪਿਆ ਹੋਇਆ ਸੀ, ਗੁੱਸੇ ਵਿੱਚ ਸੀ, ਉਹਨੂੰ ਹੋਰ ਜਿਹੜਾ ਏ ਉਹਨੇ ਕਲਪਾਉਣ ਦਾ ਯਤਨ ਕੀਤਾ ਹੈ। ਨਰ ਜਾਓ ਗਏ ਅਨੀਜੇ, ਜਿਸ ਕੀ ਸੰਗ ਬਿਲਮ ਨ ਕੀਜੈ। ਫਿਰ ਉਸ ਵਕਤ ਜਿਹੜਾ ਮਲਕ ਭਾਗੋ ਹੈ, ਮਲਕ ਨੇ ਉਸੇ ਵੇਲੇ ਹੁਕਮ ਦਿੱਤਾ ਆਪਣੇ ਨਾਲ ਦੇ ਸਾਥੀਆਂ ਨੂੰ, ਆਪਣੇ ਬੰਦਿਆਂ ਨੂੰ। ਕਹਿਣ ਲੱਗਿਆ, ਜਾਓ, ਜੇਕਰ ਤੇ ਤੁਸੀਂ ਨਾਨਕ ਨੂੰ ਬੁਲਾ ਕੇ ਲਿਆਓ, ਜੇ ਤੇ ਚੁੱਪ ਕਰਕੇ ਆ ਜਾਵੇਗਾ ਤੇ ਫਿਰ ਉਹਨੂੰ ਨਾਲ ਲੈ ਕੇ ਆ ਜਿਓ, ਜੇ ਨਹੀਂ ਤੇ ਫਿਰ ਵਾਹਵਾ ਸਾਰੇ ਬੰਦੇ ਨਾਲ ਲੈ ਕੇ ਜਾਓ। ਜੇ ਨਾਨਕ ਨਹੀਂ ਆਉਂਦਾ, ਉਹਨੂੰ ਪਕੜ ਕੇ ਲਿਆਓ, ਬੰਨ੍ਹ ਕੇ ਲਿਆਓ, ਜ਼ਬਰਦਸਤੀ ਲੈ ਕੇ ਆਓ, ਕਿਸੇ ਵੀ ਤਰੀਕੇ ਨਾਲ ਹੋਵੇ। ਨਾਨਕ ਜੀ ਮੇਰੇ ਘਰ ਵਿੱਚ ਆਉਣਾ ਚਾਹੀਦਾ ਏ, ਬ੍ਰਹਮ ਭੋਜ ਛਕਣਾ ਚਾਹੀਦਾ ਏ। ਹਰ ਹੰਕਾਰੀ ਬੰਦਾ ਆਪਣੇ ਹੰਕਾਰ ਦੀ ਪਗਾਉਣ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਪਿਆਰ ਨਾਲ, ਧੋਖੇ ਨਾਲ, ਲਾਲਚ ਨਾਲ, ਛਲ ਨਾਲ, ਕਪਟ ਨਾਲ। ਐਵੇਂ ਕਰਕੇ ਮਲਕ ਭਾਗੋ ਨੇ ਆਪਣੇ ਜ਼ੋਰ ਦੇ ਨਾਲ ਕਿਹਾ, ਜਾਓ ਫਿਰ ਬੰਦੇ ਲੈ ਜਾਓ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਫੜ ਕੇ ਲੈ ਕੇ ਆਵੋ। ਲੇਕਰ ਪਾਂਚ ਕੋ ਮਨਜ ਪੁੰਨ, ਦਿਜ ਤਬ ਗਿਓ ਰਸਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਫਿਰ ਉਹ ਜਿਹੜਾ ਪੰਡਤ ਸੀ 5 ਬੰਦੇ ਨਾਲ ਲੈ ਕੇ ਦੁਬਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੈਣ ਵਾਸਤੇ ਗਿਆ ਹੈ। ਉੱਚੇ ਬਚਨ ਉਚਾਰ ਕੇ ਨਾਨਕ ਲੈ ਬੁਲਾਏ। ਪੰਡਤ ਨੇ ਲਾਲੋ ਦੇ ਘਰ ਦੇ ਬਾਹਰ ਜਾ ਕੇ ਉੱਚੀ ਉੱਚੀ ਆਵਾਜ਼ਾਂ ਦੇ ਕੇ ਕਿਹਾ, ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾਉਣ ਦਾ ਯਤਨ ਕੀਤਾ ਹੈ। ਮਲਕ ਰੋ ਤੁਝ ਪਰ ਬਹੁ ਕੀਨੋ, ਚਲੋ ਸੰਗ ਭਲ ਬਿਖ ਬਿਖ ਵਿਦ ਬਨ ਚੀਨੋ। ਪੰਡਤ ਕਹਿਣ ਲੱਗਿਆ, ਕਹਿੰਦਾ ਨਾਨਕ ਜੀ, ਮਲਕ ਤੁਹਾਡੇ ਤੇ ਬੜਾ ਔਖਾ ਹੈ, ਬੜਾ ਗੁੱਸੇ ਵਿੱਚ ਹੈ ਤੁਹਾਡੇ ਤੇ, ਤੁਸੀਂ ਚੁੱਪਚਾਪ ਮੇਰੇ ਨਾਲ ਜਿਹੜਾ ਉਹ ਤੁਰ ਪੈਣਾ ਕਰੋ। ਨਾਤਰ ਤੁਮਕੂ ਗਹਿ ਲੈ ਜਾਵੇ, ਹੀਰੋ ਨਰ ਨੇ ਬਿਲਮ ਲਗਾਵੇ। ਪੰਡਤ ਕਹਿਣ ਲੱਗਿਆ, ਨਹੀਂ ਤੁਰੋਗੇ ਤੇ ਫਿਰ ਆ ਮੇਰੇ ਨਾਲ ਬੰਦੇ ਵੇਖਦੇ ਹੋ, ਇਹ ਬੰਦੇ ਤੁਹਾਨੂੰ ਜ਼ਬਰਦਸਤੀ ਪਕੜ ਕੇ ਲੈ ਜਾਣਗੇ। ਵਿਕਸੇ ਸ੍ਰੀ ਪ੍ਰਭ ਸੁਨ ਬਚੇ ਐਸਾ, ਚਲੇ ਸੰਗ ਨੇ ਭਾਗੂ ਬੈਸਾ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਏ, ਪੰਡਤ ਦੀ ਗੱਲ ਸੁਣ ਕੇ ਹੱਸ ਪਏ। ਹੱਸਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪੰਡਤ ਦੇ ਨਾਲ ਤੁਰ ਪੈਂਦੇ ਨੇ, ਉਸ ਪਾਸੇ ਨੂੰ ਤੁਰਦੇ ਨੇ ਜਿੱਧਰ ਮਲਕ ਭਾਗੋ ਬੈਠਾ ਹੋਇਆ ਸੀ। ਮੰਦਨ ਕੋ ਲੱਜਤ ਕਰਨੇ, ਸਰਬ ਗਰਭ ਦੇਹ ਉਰ ਕੇ ਧਰਨੇ। ਕਵੀ ਸੰਤੋਖ ਸਿੰਘ ਕਹਿੰਦੇ ਇਸ ਕਰਕੇ ਤੁਰੇ ਨੇ ਕਿ ਮੰਦ ਬੁੱਧੀ ਵਾਲੇ ਲੋਕਾਂ ਨੂੰ ਅਕਲ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਤੁਰੇ। ਉਹਨਾਂ ਹੰਕਾਰੀਆਂ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਭਾਗੋ ਦੇ ਘਰ ਵਾਲੇ ਪਾਸੇ ਨੂੰ ਸਤਿਗੁਰੂ ਪੰਡਤ ਦੇ ਨਾਲ ਹੀ ਤੁਰ ਪੈਂਦੇ ਹਨ। ਗੁਰ ਗਵਨੇ ਜਾਏ ਅਗਾਰੀ, ਲਾਲੋ ਚਲੋ ਪਿਅੰਕਾ ਪਛਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅੱਗੇ ਤੁਰੇ ਜਾ ਰਹੇ ਸੀ ਤੇ ਭਾਈ ਲਾਲੋ ਬੜਾ ਚਿੰਤਾ ਦੇ ਵਿੱਚ ਸੀ ਕਿ ਇੱਕ ਹੰਕਾਰੀ ਮਲਕ ਭਾਗੋ ਹੋ ਸਕਦਾ ਏ ਪਤਾ ਨਹੀਂ ਕੀ ਕਰ ਦੇਵੇ, ਕੀ ਕਹਿ ਦੇਵੇ। ਉਹਦੇ ਕੋਲ ਤਾਕਤ ਵੀ ਹੈ, ਹੰਕਾਰ ਵਾਲਾ ਵੀ ਹੈ, ਔਰ ਬਹੁਤ ਸਾਰੇ ਪਾਪਾਂ ਦਾ ਧਨ ਇਕੱਠਾ ਕਰਕੇ ਬੈਠਾ ਹੋਇਆ। ਲਾਲੋ ਦੇ ਮਨ ਵਿੱਚ ਬੜੀ ਚਿੰਤਾ ਆ ਰਹੀ ਸੀ। ਅੱਗੇ ਅੱਗੇ ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਸੀ, ਮਗਰ ਮਗਰ ਭਾਈ ਲਾਲੋ ਬੜਾ ਚਿੰਤਾ ਦੇ ਵਿੱਚ ਤੁਰਿਆ ਜਾ ਰਿਹਾ ਸੀ। ਜਾਏ ਸੰਗ ਲਾਗੇ, ਪੱਗ ਨਹਿ ਲਾਗਿਓ ਦੁਸ਼ਟੀ ਭਾਗੇ। ਕਹਿਣ ਲੱਗੇ ਉਹ ਜਿਹੜੇ ਬੰਦੇ ਫੜਨ ਵਾਸਤੇ ਆਏ ਸੀ ਉਹ ਵੀ ਮਗਰ ਮਗਰ ਨਾਲ ਨਾਲ ਤੁਰੇ ਜਾ ਰਹੇ ਸਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹਨਾਂ ਦੁਸ਼ਟਾਂ ਦੀ ਮੱਤ ਮਾਰੀ ਹੋਈ ਸੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਲੱਗਣਾ ਚਾਹੀਦਾ ਸੀ। ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਲੱਗ ਕੇ ਪਾਰੇ ਉਤਾਰਾ ਹੋ ਸਕਦਾ ਏ, ਉਹ ਮੰਦ ਬੁੱਧੀ ਵਾਲੇ ਲੋਕ ਗੁਰੂ ਨਾਨਕ ਸਾਹਿਬ ਨੂੰ ਫੜਨ ਵਾਸਤੇ ਆਏ ਸਨ। ਸੁਣੀ ਨਗਰ ਮੈਂ ਜੈ ਤਹਾਂ,
ਕਹਿੰਦੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਾਣ ਦੀ ਖਬਰ ਪਹੁੰਚਦੀ ਹੈ, ਜਿਹਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਦੇ ਘਰ ਗਏ ਹਨ, ਤਾਏ ਤਾਏ ਹਿਤ ਹੀਰਨੇ ਸੰਗ ਚਲੇ ਸਭ ਜਾਏ। ਉਹ ਸਾਰੇ ਲੋਕ ਹੁਣ ਅਜਬ ਤਮਾਸ਼ਾ ਵੇਖਣ ਵਾਸਤੇ ਮਗਰ ਮਗਰ ਤੁਰ ਪਏ। ਪਤਾ ਨਹੀਂ ਮਲਕ ਨੇ ਗੁਰੂ ਨਾਨਕ ਸਾਹਿਬ ਨੂੰ ਬੁਲਾਇਆ ਹੈ, ਉੱਥੇ ਕੀ ਹੋਵੇਗਾ, ਕੀ ਘਟੇਗਾ, ਕੀ ਵਾਪਰੇਗਾ। ਸਾਰੇ ਲੋਕ ਵੇਖਣ ਵਾਸਤੇ ਮਗਰ ਮਗਰ ਆ ਰਹੇ ਹਨ। ਜਾਏ ਮਲਕ ਢਿਗ ਬਚਨਿਆ ਲਾਇਓ, ਅਬ ਨਾਨਕ ਤੁਮਰੇ ਪੈ ਆਇਓ। ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਭਾਗੋ ਦੇ ਘਰ ਪਹੁੰਚ ਗਏ, ਉਸੇ ਪੰਡਤ ਉਸੇ ਬ੍ਰਾਹਮਣ ਨੇ ਜਾ ਕੇ ਮਲਕ ਨੂੰ ਕਿਹਾ, ਆਹ ਨੇ ਨਾਨਕ ਜਿਹੜੇ ਹੁਣ ਤੁਹਾਡੇ ਪਾਸ ਆ ਗਏ ਹਨ। ਮਲਕ ਕੈ ਆਨ ਮਮ ਪਾਸਾ, ਸ੍ਰੀ ਗੁਰ ਅੰਤਰ ਭਏ ਵਾਸਾ। ਮਲਕ ਕਹਿਣ ਲੱਗਿਆ, ਲਿਆਓ, ਲੈ ਕੇ ਆਓ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਲ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਲਕ ਦੇ ਕੋਲ ਅੰਦਰ ਲਿਜਾਇਆ ਗਿਆ ਹੈ। ਕਿਉ ਜਾਏ ਮੁਝ ਕਿਉ ਬੁਲਵਾਇਓ, ਬਾਰ ਬਾਰ ਨਿਜ ਮੰਜ ਪਠਾਇਓ। ਇੰਨਾ ਚਿਰ ਨੂੰ ਕਿ ਮਲਕ ਪੁੱਛਦਾ ਵੀ ਤੁਸੀਂ ਆਉਂਦੇ ਕਿਉਂ ਨਹੀਂ, ਕੌਣ ਹੋ ਤੁਸੀਂ? ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਹੀ ਬੋਲ ਪਏ, ਕਹਿਣ ਲੱਗੇ ਕੀ ਗੱਲ ਹੈ, ਮੈਨੂੰ ਕੀ ਕੰਮ ਹੈ ਤੈਨੂੰ ਮੇਰੇ ਨਾਲ? ਤੂੰ ਬਾਰ-ਬਾਰ ਮੈਨੂੰ ਸੁਨੇਹੇ ਭੇਜ ਰਿਹਾ ਹੈ, ਬਾਰ-ਬਾਰ ਬੰਦੇ ਭੇਜ ਰਿਹਾ ਹੈ, ਕਾਰਨ ਕੀ ਹੈ? ਮੈਨੂੰ ਤੂੰ ਕਿਉਂ ਬੁਲਾਇਆ ਹੈ? ਕੌਣ ਕਾਜ ਮੇਰੇ ਮਮ ਸੰਗਾ, ਭੇਜਿਓ ਆਇਸ ਹੋਏ ਨਿਸ਼ੰਗਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਕੰਮ ਕੀ ਹੈ ਮੇਰੇ ਨਾਲ? ਕਿਹੜੇ ਕੰਮ ਕਰਕੇ ਜਿਹੜਾ ਹੈ ਤੂੰ ਮੈਨੂੰ ਬਾਰ-ਬਾਰ ਬੁਲਾ ਰਿਹਾ ਹੈ? ਹੁਣ ਉਹ ਕੰਮ ਜਿਹੜਾ ਦੱਸਣਾ ਕਰ। ਕਰ ਭਾਗੋ ਬਚਨੇ ਲਾਇਓ, ਬ੍ਰਹਮ ਭੋਜ ਮਮ ਕਿਉ ਨਾ ਆਇਓ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹਿ ਤੇ ਅੱਗੋਂ ਮਲਕ ਭਾਗੋ ਬੋਲਦਾ ਹੈ, ਕਹਿਣ ਲੱਗਿਆ ਕਿ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ? ਦੇਜਨੋ ਤੁਝੇ ਮਨ ਤੂ ਦੀਨੋ, ਆਨੇ ਹਾਰ ਨ ਖਾਵਨ ਕੀਨੋ। ਕਹਿਣ ਲੱਗੇ ਕਿ ਇਹ ਵੇਖੋ, ਬ੍ਰਾਹਮਣ ਨੇ ਤੈਨੂੰ ਬਾਰ-ਬਾਰ ਸੱਦਾ ਦਿੱਤਾ, ਬ੍ਰਾਹਮਣ ਨੇ ਬਾਰ-ਬਾਰ ਤੈਨੂੰ ਕਿਹਾ, ਪਰ ਫਿਰ ਵੀ ਤੁਸੀਂ ਮੇਰਾ ਬ੍ਰਹਮ ਭੋਜ ਖਾਣ ਵਾਸਤੇ ਨਹੀਂ ਆਏ, ਮੇਰਾ ਭੋਜਨ ਕਿਉਂ ਨਹੀਂ ਛਕਿਆ? ਬ੍ਰਹਮ ਭੋਜ ਮੈਂ ਦੇਖੂ ਕਵਨਾ, ਜੇ ਭਖਨ ਆਵੇ ਮੁਝ ਭਵਨਾ। ਮਲਕ ਭਾਗੋ ਕਹਿਣ ਲੱਗਿਆ, ਨਾਨਕ ਜੀ ਦੱਸੋ ਮੇਰੇ ਭੋਜਨ ਵਿੱਚ ਨੁਕਸ ਕੀ ਹੈ? ਇਹਦੇ ਵਿੱਚ ਕੀ ਖਰਾਬੀ ਹੈ? ਤੁਸੀਂ ਮੇਰੇ ਘਰ ਆਉਂਦੇ ਕਿਉਂ ਨਹੀਂ ਸੀ ਪਏ? ਬਾਰ-ਬਾਰ ਤੁਹਾਨੂੰ ਸੱਦਾ ਭੇਜਿਆ। ਹਮ ਫਕੀਰ ਸਭ ਤੇ ਸੁਬਦਾਵੇ, ਜਹ ਗੁਜਰੇ ਤਹੀਂ ਗੁਜਰਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮਲਕ ਅਸੀਂ ਫਕੀਰ ਲੋਕ ਹਾਂ, ਅਸੀਂ ਕਿਸੇ ਨਾਲ ਦਾਵਾ ਨਹੀਂ ਰੱਖਦੇ, ਅਸੀਂ ਕਿਤੇ ਵੀ ਜਾਂਦੇ ਨਹੀਂ, ਜਿੱਥੇ ਰਾਤ ਗੁਜ਼ਰ ਜਾਏ ਉੱਥੇ ਹੀ ਗੁਜ਼ਾਰ ਲੈਂਦੇ ਹਾਂ। ਜਹਾਂ ਮਨ ਵਿੱਚ ਵੀ ਨਹੀਂ ਲਾਲਚੀ ਚਮਨ ਨਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਚੰਗਾ ਭੋਜਨ ਛਕਣ ਦੀ ਮਨ ਵਿੱਚ ਲਾਲਸਾ ਵੀ ਨਹੀਂ ਹੈ, ਲਾਲਚ ਵੀ ਨਹੀਂ ਹੈ, ਜੋ ਮਾੜਾ ਮੋਟਾ ਮਿਲ ਜਾਏ ਉਹੀ ਖਾ ਲਈਦਾ ਹੈ। ਸੁਣ ਕਰ ਮਲਕ ਕਹੇ ਰਸ ਬੈਨਾ, ਭਾਵੇਂ ਪਰਨ ਹਿਰਦੇ ਦੂ ਤੁਝ ਭੈ ਨਾ। ਮਲਕ ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆਣ ਕੇ ਕਹਿੰਦਾ ਕਿ ਦੇਖੋ ਤੁਹਾਨੂੰ ਕੋਈ ਡਰ ਨਹੀਂ ਲੱਗਦਾ? ਮੈਂ ਕਿੰਨਾ ਵੱਡਾ ਆਦਮੀ ਹਾਂ, ਮੈਂ ਬਾਰ-ਬਾਰ ਤੁਹਾਨੂੰ ਬੁਲਾ ਰਿਹਾ ਸੀ। ਸੁਨੀ ਹਮਾਰੀ ਖਾਤ, ਸੁਨੀ ਹਮੇ ਤਬ ਖਤਰੀ ਜਾਤਾ, ਸੂਦਰ ਸਦਨ ਅਸਨ ਨਿਤ ਖਾਤਾ। ਮਲਕ ਭਾਗੋ ਕਹਿਣ ਲੱਗਿਆ, ਕਹਿੰਦਾ ਨਾਨਕ ਜੀ ਮੈਂ ਸੁਣਿਆ ਹੈ ਕਿ ਤੁਸੀਂ ਵੀ ਖੱਤਰੀ ਹੋ, ਖੱਤਰੀ ਜਾਤ ਨਾਲ ਸੰਬੰਧਿਤ ਹੋ, ਖੱਤਰੀਆਂ ਦੇ ਘਰ ਪੈਦਾ ਹੋਏ ਹੋ, ਤੇ ਜੇ ਤੁਸੀਂ ਖੱਤਰੀ ਜਾਤ ਨਾਲ ਸੰਬੰਧਿਤ ਹੋ ਫਿਰ ਸ਼ੂਦਰ ਦੇ ਘਰ ਵਿੱਚ ਕਿਉਂ ਰਹਿੰਦੇ ਪਏ ਹੋ? ਫਿਰ ਸ਼ੂਦਰ ਦੇ ਘਰ ਦਾ ਖਾਣਾ ਕਿਉਂ ਖਾਂਦੇ ਹੋ? ਆਇਆ ਖਾਇਓ ਆਖਿਓ ਤੋਹੀ, ਦੇਖਤ ਹੀ ਜਿਤੇ ਉਪਜੇ ਮੋਹੀ। ਤੁਸੀਂ ਆਪਣਾ ਨਾਮ ਵੀ ਤਪਾ ਰਖਾਇਆ ਹੈ, ਤੁਹਾਨੂੰ ਲੋਕ ਤਪਾ ਕਹਿੰਦੇ ਆ, ਤੇ ਵੇਖ ਫਿਰ ਇਹਨਾਂ ਕੁਝ ਰਖਾ ਕੇ ਵੀ ਤੁਸੀਂ ਜਿਹੜੇ ਹੈ ਇੱਕ ਸ਼ੂਦਰ ਦੇ ਘਰ ਰਹਿੰਦੇ ਪਏ ਹੋ। ਮੈਨੂੰ ਤੇ ਤੁਹਾਡੇ ਤੇ ਗੁੱਸਾ ਆ ਰਿਹਾ ਹੈ। ਭੋਜ ਕੋ ਨਾਮ ਰਖੇਈ, ਅੰਨ ਪਾ ਕਰ ਨੀਚ ਅਚੇਈ। ਮਲਕ ਕਹਿਣ ਲੱਗਿਆ, ਕਹਿੰਦਾ ਦੇਖੋ ਤੁਸੀਂ ਮੇਰੇ ਘਰ ਦਾ ਭੋਜਨ ਖਾਣ ਦੀ ਬਜਾਏ ਇੱਕ ਸ਼ੂਦਰ ਦੇ ਘਰ ਦਾ ਭੋਜਨ ਖਾ ਰਹੇ ਹੋ, ਉੱਥੇ ਰਹਿੰਦੇ ਪਏ ਹੋ, ਤੇ ਮੈਂ ਇੱਕ ਖੱਤਰੀ ਬੰਦਾ, ਤੁਸੀਂ ਮੇਰੇ ਘਰ ਆਉਂਦੇ ਨਹੀਂ ਹੋ। ਰਹਿ ਬਲਾਲ ਨ ਘਰ ਪਰ ਆਵਾ, ਤੇ ਕੋ ਕਰਨਾ ਨ ਮਨ ਮੈਂ ਲੈ ਆਵਾ। ਕਹਿਣ ਲੱਗੇ ਸਾਡੇ ਬੁਲਾਉਣ ਤੇ ਵੀ ਸਾਡੇ ਤੁਸੀਂ ਘਰ ਨਹੀਂ ਆਏ, ਕੀ ਤੁਹਾਡੇ ਮਨ ਵਿੱਚ ਕੋਈ ਡਰ ਨਹੀਂ ਹੈ? ਤੁਹਾਨੂੰ ਤੁਸੀਂ ਜਾਣਦੇ ਨਹੀਂ ਹੋ ਮੈਂ ਕੌਣ ਹਾਂ? ਸੁਨ ਸੋਸ਼ੇ ਸ੍ਰੀ ਗੁਰ ਭਨੇ, ਆਨਿਓ ਅਬਿਹਾਰ, ਬ੍ਰਹਮ ਭੋਜ ਮੈਂ ਜੇ ਕਰਿਓ, ਰਹੇ ਨ ਚਾਰ ਤੁਮਾਰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਹ ਬਚਨ ਸੁਣੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਏ ਹਨ। ਸਤਿਗੁਰੂ ਕਹਿਣ ਲੱਗੇ, ਜਿਹੜਾ ਤੁਸੀਂ ਬ੍ਰਹਮ ਭੋਜ ਤਿਆਰ ਕੀਤਾ ਹੈ ਨਾ, ਉਹ ਖਾਣ ਦੀ ਮੇਰੇ ਮਨ ਵਿੱਚ ਇੱਛਾ ਨਹੀਂ ਹੈ। ਸੋ ਕਰ ਲਾਲੋ ਸੋ
ਭਾਖਾ ਨੂੰ ਅਸਨ ਹੋਏ ਕੁਛ ਲਾਖਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਜੇਕਰ ਮਤਲਬ ਤੁਸੀਂ ਇਹੀ ਮੈਨੂੰ ਛਕਾਉਣਾ ਚਾਹੁੰਦੇ ਹੋ ਤੇ ਲਿਆਓ, ਫਿਰ ਮੈਂ ਤੁਹਾਨੂੰ ਨਿਰਣਾ ਕਰਕੇ ਦੱਸਦਾ ਹਾਂ। ਤੇ ਨਿਰਣਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਾਲੋ ਨੂੰ ਵੀ ਭੇਜਿਆ ਹੈ। ਨਿਜ ਕਰ ਆਵਾ ਦੌਰਾ ਲੀਨ ਕੋਦਰਿਕ ਟੂਕਾ ਟੂਰਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਾਲੋ ਜੀ ਨੂੰ ਘਰ ਭੇਜਿਆ ਤੇ ਭਾਈ ਲਾਲੋ ਦੌੜਿਆ ਆਇਆ ਘਰ ਅੰਦਰ। ਘਰ ਦੇ ਵਿੱਚੋਂ ਇੱਕ ਕੋਦਰੇ ਦਾ ਟੁਕੜਾ ਲੈ ਕੇ ਗਿਆ ਹੈ। ਮਲਕ ਅਸਨ ਸਨਿਗਨ ਮਕਾਵਾ ਬ੍ਰਹਮ ਭੋਜੀ ਜੋ ਕਹਿ ਰਾਵਾ। ਮਲਕ ਭਾਗੋ ਨੇ ਜਿਹੜੇ ਘਿਓ ਦੇ ਨਾਲ ਤਿਆਰ ਕੀਤੇ ਹੋਏ ਪ੍ਰਸ਼ਾਦੇ ਸਨ, ਬ੍ਰਹਮ ਭੋਜ ਸੀ ਜਿਹੜਾ ਤਿਆਰ ਕੀਤਾ ਹੋਇਆ ਸੀ। ਰੂਪ ਪੂਰਿਕਾ ਬਹੁਤ ਤਿਹਾਵਲ ਪਵਿੱਧ ਆਧਾਰ ਮੰਗਾਏ ਉਤਾਵਲ। ਉਹਨੇ ਬਹੁਤ ਸਾਰੀਆਂ ਪੂੜੀਆਂ ਤੇ ਕੜਾਹ ਜਿਹੜਾ ਭਾਂਤ ਭਾਂਤ ਦਾ ਤਿਆਰ ਕੀਤਾ ਸੀ, ਛੇਤੀ ਦੇ ਨਾਲ ਮੰਗਵਾ ਲੈਣਾ ਕੀਤਾ ਹੈ। ਸ਼੍ਰੀ ਨਾਨਕ ਕੇ ਰਾਖੇ ਖਾਓ ਚਾਓ ਜੇ ਤਮੁਖ ਭਾਖੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਰੱਖੇ ਹੈ ਤੇ ਮਲਕ ਕਹਿਣ ਲੱਗਿਆ, ਖਾਓ, ਜੋ ਵੀ ਤੁਹਾਡੀ ਇੱਛਾ ਹੈ ਉਹਨੂੰ ਖਾਣਾ ਕਰੋ। ਲਾਲੇ ਲਾਲੋ ਕੀ ਦਿਖ ਦੇਖ ਦਿਆਲਾ ਲੀਨ ਕੋਦਰੇ ਟੂਕ ਤਤ ਕਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ ਵਾਲੇ, ਉਹਨਾਂ ਨੇ ਆਪਣੇ ਹੱਥ ਵਿੱਚ ਲਾਲੋ ਨੇ ਜਿਹੜਾ ਕੋਦਰੇ ਦਾ ਟੁਕੜਾ ਲਿਆਂਦਾ ਸੀ ਉਹਨੂੰ ਵੀ ਆਪਣੇ ਹੱਥ ਵਿੱਚ ਜਿਹੜਾ ਉਹ ਪਕੜ ਲੈਣਾ ਕੀਤਾ ਹੈ। ਮਲਕ ਭਾਗੋ ਦੇ ਆਏ ਹੋਏ ਭੋਜਨ ਜਿਹੜੇ ਹਨ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸਾਹਮਣੇ ਰੱਖ ਲਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਿਸ ਪ੍ਰਕਾਰ ਦੇ ਨਾਲ ਦੋਵਾਂ ਹੀ ਭੋਜਨਾਂ ਦਾ ਨਿਰਣਾ ਕਰਨਗੇ, ਕਿਵੇਂ ਮਲਕ ਨੂੰ ਉਪਦੇਸ਼ ਦੇਣਗੇ, ਇਹ ਆਪਾਂ ਆਉਣ ਵਾਲੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰ ਦੇਣੀਆਂ।